ਦਰਵਾਜ਼ਾ ਇਹਨੇ ਬਾਰ-ਬਾਰ ਖੜਕਾ ਆਪਣਾ ਖੋਲ੍ਹਣਾ ਸੀ। ਹੋਰ ਕਿਉਂਕਿ ਉਹਨੂੰ ਪਤਾ ਸੀ ਰਈਸ ਆਇਆ ਇਹ ਦਰਵਾਜ਼ੇ ਦੇ ਲਾਗੇ ਤੇ ਡਿਊਟੀ ਲੱਗੀ ਰਹਿੰਦੀ ਸੀ ਵੀ ਜਦੋਂ ਆਵੇ ਤੇ ਮੈਂ ਦਰਵਾਜ਼ਾ ਖੋਲ੍ਹਣਾ। ਇਹ ਖੋਲ੍ਹਦੀ ਰਹੀ ਹੈ ਬਾਰ-ਬਾਰ। ਇਹਦਾ ਹੀ ਰਾਬਤਾ ਰਿਹਾ ਫੋਨ ਤੇ ਪਾਰਸਲ ਦਾ। ਉਹਨੂੰ ਪਾਰਸਲ ਕੋਈ ਨਹੀਂ ਸੀ ਕਿੱਥੇ ਪਾਉਂਦੇ ਰਹੇ, ਜਾਂ ਉਹਦਾ ਬੰਦਾ ਬੇਕਮਾਊ ਸੀ ਵੀ ਉਹ ਪਾਰਸਲ ਨਹੀਂ ਸੀ ਕਰ ਸਕਦਾ। ਇਹਦਾ ਬੰਦਾ ਬਹੁਤਾ ਕਮਾਉਂਦਾ ਸੀ। ਪਾਰਟੀ ਉਹ ਰਜ਼ਵਾਨਾ ਕੇਸ ਇਹ ਜਨਰਲ ਹਸਪਤਾਲ ਦੇ ਵਿੱਚ ਇੱਕ ਦਿਨ ਛੱਡ ਕੇ ਇੱਕ ਦਿਨ ਜਾਂਦਾ ਸੀ ਇਹ ਮੋਹਸਨ ਨਕਵੀ, ਔਰ ਉਹਨਾਂ ਨਾਲ ਵਾਅਦਾ ਕਰ ਰਿਹਾ ਸੀ ਵੀ ਮੈਂ ਡੇਲੀ ਆਇਆ ਕਰਾਂਗਾ, ਲੇਕਿਨ ਇੱਕ ਦਿਨ ਛੱਡ ਕੇ ਇੱਕ ਦਿਨ ਜਾਂਦਾ ਸੀ। ਉਹ ਇੰਨਾ ਜ਼ੁਲਮ ਨਹੀਂ ਹੋਇਆ ਜਿੰਨਾ ਇਹ ਹੋਇਆ ਜ਼ੁਲਮ। ਇੱਥੇ ਇੱਕ ਦਿਨ ਨਹੀਂ ਆਇਆ। ਉਹ ਵਜ਼ੀਰ ਆਲਾ ਹੋਣ ਦੇ ਨਾਤੇ ਤੇ ਨਾਲ ਉਹਦਾ ਹੱਕ ਬਣਦਾ ਸੀ ਵੀ ਇੰਨਾ ਜ਼ੁਲਮ ਹੈ, ਮੈਂ ਮੌਕੇ ਤੇ ਪਹੁੰਚਾਂ। ਉਹ ਨਹੀਂ ਆਇਆ। ਉਧਰ ਸਿਆਸਤਦਾਨ ਵੀ ਸਾਰੇ ਆਉਂਦੇ ਨੇ ਸਾਰੀਆਂ ਪਾਰਟੀਆਂ ਦੇ। ਉੱਥੇ ਮਰੀਮ ਨਵਾਜ਼ ਵੀ ਆਈ ਹੈ, ਇੱਥੇ ਉਹਨੇ ਵੀ ਸੁਨਾਹ ਨਹੀਂ ਕਿਸੇ ਦੇ ਹੱਥ ਘੱਲਿਆ ਆਪਣੇ। ਪੁਲਿਸ ਵੀ ਉਹ ਤਾਵਨ ਕਰਦੇ ਹੁੰਦੇ ਜਿਹੜਾ ਉਹਦਾ ਭਾਈ ਅਰਮਗਾਨ ਹੈ, ਉਹਦਾ ਉਹ ਕੀ ਉਹਦਾ ਬੰਦੇ ਫਰਹਾਨ ਦਾ ਭਾਈ, ਉਹਨੂੰ ਛੱਡ ਦੇਣਾ। ਤਸ਼ੱਦਦ ਕਰਦਾ ਸੀ ਇਹਦਾ ਮੀਆਂ, ਕਦੀ ਇਹਦਾ ਦੇਵਰ ਕਰਦਾ ਸੀ, ਔਰ ਇਹ ਵੀ ਲਾਗੇ ਬੋਲ ਰਹੀ ਸੀ, ਆਵਾਜ਼ ਇਹਦੀ ਵੀ ਵਿੱਚ ਆਉਂਦੀ ਸੀ। ਪੂਰੀ ਮੁਕੰਮਲ ਫੈਮਿਲੀ ਇਹਦੇ ਘਰ ਵਿਦ ਦਿਓਰਾਨੀਆਂ ਜਠਾਣੀਆਂ ਇਹਦੇ ਨਾਲ ਪੂਰਾ ਸਹੁਰਾ ਸਾਰਾ ਜੁਆਇੰਟ ਆਪਣੀ ਫੈਮਿਲੀ ਸੀ। ਉਹਦੇ ਵਿੱਚ ਇਹਦੀ ਡਿਊਟੀ ਲੱਗੀ ਸੀ ਦਰਵਾਜ਼ਾ ਖੋਲ੍ਹਣ ਦੀ। ਉਹ ਦੌਰਾਨੀ ਇੱਕ ਦਫਾ ਜਾਂ ਜਿਤਨੀ ਵਾਰਾ ਵੀ ਇਹਨੇ ਆਇਆ, ਇੱਕ ਦੋ ਦਫਾ ਵੀ ਚਾਂਸ ਉਹਨੂੰ ਹੁੰਦਾ ਦਰਵਾਜ਼ਾ ਖੋਲ੍ਹਣ ਦਾ। ਅਸੀਂ ਸਾਨੂੰ ਪਤਾ ਲੱਗ ਜਾਂਦਾ ਵੀ ਇਹ ਉਹ ਖੋਲ੍ਹਦੀ। ਉਹਨੇ ਇੱਕ ਦਫਾ ਵੀ ਘਰ ਸੀ, ਉਹਨੇ ਨਹੀਂ ਖੋਲ੍ਹਿਆ। ਇਹ ਖੋਲ੍ਹਦੀ ਰਹੀ ਹੈ ਬਾਰ-ਬਾਰ। ਇਹਦਾ ਹੀ ਰਾਬਤਾ ਰਿਹਾ ਫੋਨ ਤੇ ਪਾਰਸਲ ਦਾ। ਉਹਨੂੰ ਪਾਰਸਲ ਕੋਈ ਨਹੀਂ ਸੀ ਕਿੱਥੇ ਪਾਉਂਦੇ ਰਹੇ, ਜਾਂ ਉਹਦਾ ਬੰਦਾ ਬੇਕਮਾਊ ਸੀ ਵੀ ਉਹ ਪਾਰਸਲ ਨਹੀਂ ਸੀ ਕਰ ਸਕਦਾ। ਇਹਦਾ ਬੰਦਾ ਬਹੁਤਾ ਕਮਾਉਂਦਾ ਸੀ, ਪਾਰਸਲ ਲੈਂਦਾ ਸੀ। ਔਰ ਦਰਵਾਜ਼ਾ ਇਹਨੇ ਬਾਰ-ਬਾਰ ਖੜਕਾ ਆਪਣਾ ਖੋਲ੍ਹਣਾ ਸੀ। ਹੋਰ ਕਿਉਂਕਿ ਉਹਨੂੰ ਪਤਾ ਸੀ ਰਈਸ ਆਇਆ। ਇਹ ਦਰਵਾਜ਼ੇ ਦੇ ਲਾਗੇ ਤੇ ਡਿਊਟੀ ਲੱਗੀ ਰਹਿੰਦੀ ਸੀ ਵੀ ਜਦੋਂ ਆਵੇ ਤੇ ਮੈਂ ਦਰਵਾਜ਼ਾ ਖੋਲ੍ਹਣਾ ਹੈ। ਹੋ ਸਕਦਾ ਹੈ ਕਿ ਉਹਦਾ ਜਿਹੜਾ ਸਹੁਰਾ ਹੈ ਆਮਨਾ ਦਾ, ਉਹ ਮਜ਼ਦੂਰ ਹੋਏ, ਬਿਮਾਰ ਹੋਏ, ਦਰਵਾਜ਼ਾ ਨਹੀਂ ਖੋਲ ਸਕਦਾ। ਨਹੀਂ ਜੀ, ਉਹ ਬਿਲਕੁਲ ਸਿਹਤਮੰਦ ਹੈ। ਇਹਦਾ ਦੇਵਰ ਜਿਹੜਾ ਆਮਨਾ ਦਾ ਉਹ ਵੀ ਸਿਹਤਮੰਦ ਹੈ। ਇਹਨਾਂ ਦੀਆਂ ਤਿੰਨਾਂ ਚਾਰਾਂ ਦੀਆਂ ਆਵਾਜ਼ਾਂ ਅਸਾਂ ਵੀਡੀਓ ਦੇ ਵਿੱਚ ਵੀ ਦੇਖੀਆਂ ਵੀ ਇਹ ਉਸ ਕਮਰੇ ਜਿੱਥੇ ਤਸ਼ੱਦਦ ਕਰ ਰਹੇ ਨੇ ਉਹਨੂੰ ਆਵਾਜ਼ ਦੇ ਕੇ ਆਉਂਦੇ ਨੇ, ਕਹਿ ਜ਼ੇਵਰ ਮੈਂ ਲੈਣ ਆਇਆ ਸਾਂ, ਮੈਂ ਪੈਸੇ ਲੈਣ ਆਇਆ ਸਾਂ। ਉਹਦਾ ਇੱਥੋਂ ਨੱਕ ਦੀ ਹੱਡੀ ਕੋਈ ਚੀਜ਼ ਮਾਰ ਕੇ ਮੌਜ਼ਰ ਦੀ ਵੱਟ ਜਾਂ ਕੋਈ ਤੋੜੀ ਹੈ, ਖੂਨ ਨਿਕਲਿਆ। ਅਤੇ ਇਹ ਜਿਹੜਾ ਥੱਲੇ ਦਾ ਪੀੜ ਇਹਨਾਂ ਦੰਦ ਵੀ ਟੁੱਟੇ ਨੇ। ਇੰਨਾ ਉਹ ਡਰਿਆ ਸੀ। ਉਹਨੂੰ ਕਈ ਆਉਂਦੇ ਹਨ ਅਤੇ ਉਹਨੂੰ ਉਹ ਆਉਂਦਾ ਸੀ ਮੈਂ ਕਹਿੰਦਾ ਆਵਾਜ਼ਾਂ ਆ ਰਹੀਆਂ ਸੀ, ਔਰ ਅਰਮਨਾਨ ਦੀਆਂ ਆਵਾਜ਼ਾਂ ਵੀ ਆ ਰਹੀਆਂ ਸੀ। ਇਹਦਾ ਬੰਦਾ ਜਿਹੜਾ ਕੀ ਉਹਦਾ ਨਾਂ ਹੈ ਫਰਹਾਨ ਦੀਆਂ ਵੀ ਆ ਰਹੀਆਂ ਸੀ। ਇੱਕ ਸਿਹਤਮੰਦ ਉਮਰ ਸਿੱਧਾ ਬੰਦੇ ਦੀ ਆਵਾਜ਼ ਵੀ ਵਿੱਚ ਆ ਰਹੀ ਸੀ, ਜਿਸ ਤੋਂ ਇਹ ਪਤਾ ਲੱਗਦਾ ਵੀ ਇਹਦਾ ਸਹੁਰਾ ਸੀ। क्या लगता है कि आपको इंसाफ मिलेगा, या इसी तरह जो है वकीलों के पास, आपने वकील करवाया होगा, वकीलों के पास आना जाना रहेगा, कहाँ तक आप लोग इंसाफ के लिए? ਅਸੀਂ ਇਸ ਚੀਜ਼ ਤੇ ਪਰੇਸ਼ਾਨ ਆ। ਮੌਕੇ ਤੇ ਤਿੰਨ ਬੰਦੇ ਜਿਹੜੇ ਨੇ ਫੜੇ ਗਏ ਨੇ, ਇਹਦਾ ਦਿਓਰ ਹੀ ਔਰ ਇਹਦਾ ਮੀਆਂ ਵੀ ਔਰ ਇਹ ਵੀ। ਤਿੰਨ ਬੰਦੇ ਅਸੀਂ ਹਵਾਲਾ 'ਚ ਦਵਾ ਕੇ ਆਏ ਆ। ਅਰਮਨਾਨ नामजद किते? ਹਾਂਜੀ ਨਾਮਜ਼ਦ ਕੀਤੇ, ਬਲਕਿ 4 ਕੀਤੇ ਨੇ, ਵਿੱਚ ਇਹਦਾ ਸੁਸਰ ਵੀ। अच्छा, ਹਾਂਜੀ ਉਹ ਵੀ ਕੀਤਾ। ਹਾਂਜੀ ਲਲਕਾਰੇ ਦੇ ਵਿੱਚ ਇਹਨਾਂ ਨੂੰ ਨਾ ਤਸ਼ੱਦਦ ਦੇ ਉਕਸਾਉਂਦਾ ਰਿਹਾ, ਔਰ ਬਾਹਰੋਂ ਬੁਲਾਇਆ ਵੀ ਉਹਨੇ ਬੇਟੇ ਆਪਣੇ ਨੂੰ, ਉਹਨੇ ਉਹਦਾ ਵਿੱਚ ਹੈ ਰੋਲ। ਔਰ ਛੋਟਾ ਭਰਾ ਜਿਹੜਾ ਉਹਦਾ ਨਹੀਂ, ਉਹਦੇ ਬਾਪ ਨੇ ਵੀ ਬੁਲਾਇਆ ਹੈ, ਅੱਛਾ, ਔਰ ਉਹ ਤਰਕੀਬ ਸਾਰੀ ਦਿੰਦਾ ਰਿਹਾ, ਸਾਰਾ ਮਸ਼ਵਰਾ ਉਹਦਾ ਨਾਲ ਹੈ ਵੀ ਇਹਨੂੰ ਇਸ ਤਰ੍ਹਾਂ ਕਰੋ, ਇਹਨੂੰ ਇਸ ਤਰ੍ਹਾਂ ਕਰੋ। ਔਰ ਅਰਮਨਾਨ ਜਿਹੜਾ ਹੈ ਇਹਨੇ ਵੀ ਤਸ਼ੱਦਦ ਕੀਤਾ। ਤਸ਼ੱਦਦ ਦੀਆਂ ਆਵਾਜ਼ਾਂ ਵਿੱਚੋਂ ਆ ਰਹੀਆਂ ਸਨ ਜਦੋਂ ਉਹ ਚੀਕਦਾ ਚਲਾਉਂਦਾ ਸੀ। ਕਦੀ ਤਸ਼ੱਦਦ ਕਰਦਾ ਸੀ ਇਹਦਾ ਮੀਆਂ, ਕਦੀ ਇਹਦਾ ਦੇਵਰ ਕਰਦਾ ਸੀ, ਔਰ ਇਹ ਵੀ ਲਾਗੇ ਬੋਲ ਰਹੀ ਸੀ, ਆਵਾਜ਼ ਇਹਦੀ ਵੀ ਵਿੱਚ ਆਉਂਦੀ ਸੀ ਵੀ ਹਾਂ ਤੁਸੀਂ ਇਸ ਤਰ੍ਹਾਂ ਕਰੋ। ਕਹਿੰਦੀ ਮੈਨੂੰ ਤਾਂ ਕੁਝ ਵੀ ਨਹੀਂ ਪਤਾ, ਮੈਨੂੰ ਤਾਂ ਵੀ ਨਹੀਂ ਪਤਾ ਉਹਨੂੰ ਸਾੜਿਆ, ਮੈਨੂੰ ਤਾਂ ਵੀ ਨਹੀਂ ਪਤਾ ਤਸ਼ੱਦਦ ਕੀਤਾ, ਇਹਨੂੰ ਮਾਰਿਆ। ਉਹ ਹਾਂਜੀ, ਫਫੜੇ ਕੁੱਟਣ ਔਰਤ ਆ, ਫਫੜੇ ਕੁੱਟਦੀ ਹੈ ਪਈ। ਅਤੇ ਉਹ ਇਨਸਾਫ ਸਾਨੂੰ ਮਿਲਣਾ ਚਾਹੀਦਾ। ਇਹਦੇ ਵਿੱਚ ਇਨਸ਼ਾਅੱਲਾ ਇਨਸਾਫ ਮਿਲੇਗਾ। ਜਿਹੜਾ ਕਤਲ ਹੈ ਉਹ ਕੁਰਾਨ ਹਦੀਸ ਦਾ ਵੀ ਫੈਸਲਾ ਹੈ ਵੀ ਉਹ ਗੁੱਝਾ ਨਹੀਂ ਰਹੇਗਾ। ਜਿੰਨਾ ਮਰਜ਼ੀ ਉਹਨਾਂ ਬੜੀ ਸਫਾਈ ਦੇ ਨਾਲ ਕਤਲ ਕੀਤਾ ਹੈ, ਉਹਦੇ ਬਾਵਜੂਦ ਵੀ ਸਾਰੀ ਦੁਨੀਆ ਦੇ ਉੱਤੇ ਪਤਾ ਲੱਗ ਗਿਆ। ਜਿੰਨਾ ਉਹਨਾਂ ਦਬਾਇਆ ਇਸ ਕੇਸ ਨੂੰ, ਓਨਾ ਹੀ ਹੈਵੀ ਹੋਇਆ। ਤੇ ਜਿਸ ਤਰ੍ਹਾਂ ਇਹ ਕੇਸ ਇੰਨਾ ਹੈਵੀ ਹੋਇਆ, ਇੰਨਾ ਵਾਇਰਲ ਹੋਇਆ, ਤੁਸੀਂ ਕੀ ਚਾਹੁੰਦੇ ਹੋ ਕਿ ਹਕੂਮਤ ਦੀ ਤਰਫ ਤੋਂ ਤੁਹਾਨੂੰ ਕੋਈ? ਹਾਂਜੀ, ਇਹ ਜਿਹੜੀ ਉਹ ਰਜ਼ਵਾਨਾ ਕੇਸ ਹੈ ਜਨਰਲ ਹਸਪਤਾਲ ਦੇ ਵਿੱਚ ਇੱਕ ਦਿਨ ਛੱਡ ਕੇ ਇੱਕ ਦਿਨ ਜਾਂਦਾ ਸੀ ਇਹ ਮੋਹਸਨ ਨਕਵੀ, ਔਰ ਉਹਨਾਂ ਨਾਲ ਵਾਅਦਾ ਕਰ ਰਿਹਾ ਸੀ ਵੀ ਮੈਂ ਡੇਲੀ ਆਇਆ ਕਰਾਂਗਾ, ਲੇਕਿਨ ਇੱਕ ਦਿਨ ਛੱਡ ਕੇ ਇੱਕ ਦਿਨ ਜਾਂਦਾ ਸੀ। ਉਹ ਇੰਨਾ ਜ਼ੁਲਮ ਨਹੀਂ ਹੋਇਆ ਜਿੰਨਾ ਇਹ ਹੋਇਆ ਜ਼ੁਲਮ। ਇੱਥੇ ਇੱਕ ਦਿਨ ਨਹੀਂ ਆਇਆ। ਉਹ ਵਜ਼ੀਰ ਆਲਾ ਹੋਣ ਦੇ ਨਾਤੇ ਤੇ ਨਾਲ ਉਹਦਾ ਹੱਕ ਬਣਦਾ ਸੀ ਵੀ ਇੰਨਾ ਜ਼ੁਲਮ ਹੈ, ਮੈਂ ਮੌਕੇ ਤੇ ਪਹੁੰਚਾਂ। ਉਹ ਨਹੀਂ ਆਇਆ। ਉਧਰ ਸਿਆਸਤਦਾਨ ਵੀ ਸਾਰੇ ਆਉਂਦੇ ਨੇ ਸਾਰੀਆਂ ਪਾਰਟੀਆਂ ਦੇ।
ਉੱਥੇ ਮਰੀਮ ਨਵਾਜ਼ ਵੀ ਆਈ ਹੈ, ਇੱਥੇ ਉਹਨੇ ਵੀ ਸੁਣਾ ਨਹੀਂ ਕਿਸੇ ਦੇ ਹੱਥ ਘੱਲਿਆ ਆਪਣੇ ਕਿਸੇ ਕਰਿੰਦੇ ਦੇ ਵੀ ਮੈਂ ਪਤਾ ਕਰਾਂ ਵੀ ਕਿੰਨਾ ਜ਼ੁਲਮ ਹੋਇਆ ਹੈ, ਔਰ ਕਿਉਂ ਕੋਈ ਅਫਸੋਸ ਕਰਨ ਨਹੀਂ ਆਇਆ। ਫੈਸਲ ਟਾਊਨ ਦਾ ਤੇ ਮਾਡਲ ਟਾਊਨ ਦਾ ਫਰਕ ਕੋਈ ਨਹੀਂ ਇੰਨਾ ਇਸ ਇਲਾਕੇ 'ਚ। ਅਗਰ ਉਹਦੀ ਰਾਏਵਿੰਡ ਵੀ ਰਿਹਾਇਸ਼ ਹੋਵੇ ਇਹਦੀ ਜਾਤੀ ਉਮਰਾਂ ਦੇ ਵਿੱਚ, ਫਿਰ ਵੀ ਇਹ ਤੋਂ ਦੂਰ ਨਹੀਂ, ਉਹ ਨਹੀਂ ਆਈ। ਮੋਹਸਨ ਨਕਵੀ ਦੀ ਮਾਡਲ ਟਾਊਨ ਰਿਹਾਇਸ਼ ਹੈ, ਉਹ ਨਹੀਂ ਆਇਆ। ਉੱਥੇ ਰضਵਾਨਾ ਦੇ ਤਸ਼ੱਦਦ, ਠੀਕ ਹੈ ਉਹ ਵੀ ਜ਼ੁਲਮ ਜ਼ਿਆਦਤੀ ਹੋਈ ਹੈ, ਅਸੀਂ ਉਹਦੇ ਵੀ ਮਜ਼ਮਤ ਕਰਨੇ ਆ, ਲੇਕਿਨ ਇਹ ਉਹਦੇ ਨਾਲ ਸ਼ਦੀਦ ਜ਼ਿਆਦਾ ਹੈ, ਬਹੁਤ ਜ਼ਿਆਦਾ। ਇਹ ਰਾਣੀਪੁਰ ਦੇ ਸੈਯਦ ਅਸਦ ਸ਼ਾਹ ਦਾ ਜਿਹੜਾ ਕੇਸ ਹੈ ਨਾ, ਇਹ ਉਨਾ ਹੀ ਕੇਸ ਹੈ, ਉਸੇ ਤਰ੍ਹਾਂ ਹੀ ਤਸ਼ੱਦਦ ਹੋਇਆ ਹੈ। ਉੱਥੇ ਮੀਡੀਆ ਵਾਲੇ ਵੀ ਜਾ ਰਹੇ ਨੇ, ਉੱਥੇ ਪੁਲਿਸ ਅਫਸਰ ਵੀ ਜਾ ਰਹੇ ਨੇ, ਉੱਥੇ ਇੱਕ IG ਨੇ ਐਕਸ਼ਨ ਲਿਆ ਹੈ ਤੇ ਉਹ ਅਸਦ ਸ਼ਾਹ ਫੜਿਆ ਗਿਆ। ਹਾਲਾਂ ਉਹਨਾਂ ਦੀਆਂ ਬੜੇ ਬੜੇ ਖਾनदाना ਦੇ ਵਿੱਚ ਰਿਸ਼ਤੇਦਾਰੀ ਹੈ, ਲੇਕਿਨ ਉਹ ਅਰੈਸਟ ਹੋਇਆ ਹੈ। पुलिस की तरफ से क्या इकदाम किए जा रहे हैं? ਪੁਲਿਸ ਦੇ ਵੱਲੋਂ ਤੇ ਮੈਨੂੰ ਕੋਈ ਇਸ ਚੀਜ਼ ਦਾ ਇਲਮ ਨਹੀਂ, DIG ਆਇਆ, ਨਹੀਂ SSP ਆਇਆ, ਨਹੀਂ IG ਆਇਆ, ਨਹੀਂ ਮੋਹਸਨ ਨਕਵੀ ਆਇਆ। ਇਹਨਾਂ ਸਾਰਿਆਂ ਨੂੰ ਆਉਣਾ ਚਾਹੀਦਾ ਸੀ। ਪੁਲਿਸ ਜਿਹੜੀ ਹੈ ਹੁਣ ਕੋ ਥੋੜਾ ਜਿਹਾ ਨਾਰਮਲ ਚੱਲਣ ਲੱਗੀ ਹੈ। पहला तरना साथ नहीं था? ਨਹੀਂ ਪਹਿਲਾਂ ਜਸਾਦ ਦੇ ਛੱਡ ਕਰਦੇ ਤੇ ਅਰਮਨਾਨ ਜਿਹੜਾ ਉਹਦਾ ਭਾਈ ਹੈ ਛੋਟਾ, ਉਹਨੂੰ ਕਿਉਂ ਛੱਡਦੇ? ਅਰਗਮਾਨ ਹਵਾਲਾਤ ਦੇ ਵਿੱਚੋਂ ਕੱਢਿਆ ਹੈ ਤੇ ਉਹ ਸਬੂਤ ਇਸ ਚੀਜ਼ ਦਾ ਵੀ ਸਾਡੇ ਨਾਲ ਨਹੀਂ ਸੰਤਾਵਨ ਕਰਦੇ। ਸਾਡੇ ਜਿਹੜਾ ਮਦਈ ਬਣਿਆ ਮੁੰਡਾ ਅਲੀ ਹੁਸੈਨ ਬੇਟਾ, ਉਹਨੂੰ ਵੀ ਥਾਣੇ ਨਹੀਂ ਸੀ ਵੜਨ ਦਾ ਹੁਕਮ। अच्छा, ਅਸੀਂ ਕੀ ਕਰ ਰਹੇ ਹਾਂ ਕੀ ਨਹੀਂ। ਹਾਂਜੀ जीते मदई सी। ਹਾਂਜੀ, ਮਦਈ ਨੂੰ ਤੇ ਹਰ ਚੀਜ਼ ਦਾ ਹੋਣਾ ਚਾਹੀਦਾ ਹੈ। हाँ जी, ਉਹਨੂੰ ਜ਼ਿਮਣੀਆਂ ਚੈੱਕ ਕਰਨੀਆਂ ਚਾਹੀਦੀਆਂ ਨੇ, ਉਹਨੂੰ ਪਰਚੇ ਦਾ ਦਫਾ ਵੇਖਣੀ ਚਾਹੀਦੀ ਸਬੂਤ ਜਿੰਨੇ ਹੈ, ਵੀ ਸਬੂਤ ਮਿਲਣੇ ਚਾਹੀਦੇ ਨੇ ਵੀ ਇਹਨਾਂ ਕਿਹੜੀ ਕਿਹੜੀ ਦਫਾ ਲਾਈ ਹੈ। ਜੋ ਸਾੜਨ ਦੀ ਦਫਾ ਵੀ ਚੈੱਕ ਕਰਨ ਦਾ ਉਹਦਾ ਹੱਕ ਬਣਦਾ ਹੈ। ਅਗਵਾ ਕਰਕੇ ਕੀਤਾ ਜਾਂ ਜਿਸ ਤਰ੍ਹਾਂ ਦੋ ਜਗ੍ਹਾ ਤੇ ਜੋ ਥਾਣਿਆਂ 'ਚ ਹੋ ਗਿਆ ਤੇ ਉਹ ਅਸੀਂ ਕੈਂਸਲ ਕਰਾਇਆ। ਇੱਕ 365 ਲੱਗਦੀ ਹੈ ਦਫਾ, ਉਹ ਲੱਗੀ ਹੈ ਜਾਂ ਨਹੀਂ, 302 ਲੱਗੀ ਹੈ ਕਿ ਨਹੀਂ, ਸਾੜਨ ਦੀ ਵੀ ਦਫਾ ਹੈ। ਇਹ ਸਾਰੀਆਂ ਮਜ਼ਬੂਤ ਨੇ ਦਫਾ, ਉਹ ਦੇਖਣਾ ਚਾਹੀਦਾ ਵੀ ਇਹ ਲੱਗੀਆਂ ਨੇ ਜਾਂ ਨਹੀਂ। ਫਿਰ ਜ਼ਿਮਨੀਆਂ ਦੇ ਵਿੱਚ ਜਿਵੇਂ ਜਿਵੇਂ ਉਹਨਾਂ ਨੂੰ ਆ ਕੇ ਵਕੀਲ ਸਮਝਾਉਂਦਾ, ਦੂਸਰੇ ਦਿਨ ਚੌਥੇ ਦਿਨ ਤੁਸੀਂ ਆਹ ਬਿਆਨ ਦੇਣਾ, ਤੁਸੀਂ ਇਹ ਦੇਣਾ, ਉਹਦੇ ਮੁਤਾਬਕ ਪੁਲਿਸ ਵੀ ਉਹਨਾਂ ਨਾਲ ਰਲੀ ਹੈ ਨਹੀਂ ਮੈਨੂੰ ਤਾਂ ਨਹੀਂ ਪਤਾ, ਲੇਕਿਨ ਜ਼ਾਹਰ ਹੈ ਕਿ ਤਾਵਣ ਨਹੀਂ ਤੁਹਾਨੂੰ ਫੀਲ ਲੱਗ ਰਿਹਾ ਹੈ ਕਿ ਉਹ ਸਾਨੂੰ ਆ, ਯਾਨੀ ਜੇ ਉਹ ਤਾਵਣ ਕਰਦੇ ਹੁੰਦੇ, ਜਿਹੜਾ ਉਹਦਾ ਭਾਈ ਅਰਮਗਾਨ ਹੈ, ਉਹਦਾ ਉਹ ਕੀ ਉਹਦਾ ਬੰਦੇ ਫਰਹਾਨ ਦਾ ਭਾਈ, ਉਹਨੂੰ ਛੱਡ ਦੇਣਾ। ਸਾਡੇ ਮੁਤਾਬਕ ਤੇ 4 ਦੇ ਮਤਲਬ ਤੁਹਾਨੂੰ ਗਿਲਾ ਹੈ ਕਿ ਜਿਹੜੇ ਨੇ ਤੁਸੀਂ ਜਿਨ੍ਹਾਂ ਦੇ ਨਾਮਜ਼ਦ ਨਾਮ ਕੀਤੇ ਸੀ 4 ਬੰਦਿਆਂ ਦੇ, ਉਹਨਾਂ ਨੂੰ ਬਿਲਕੁਲ ਬਰੀ ਕੀਤਾ ਦਾ ਹੈ, ਉਹ ਬਾਹਰ ਹੀ ਫਿਰ ਰਹੇ ਨੇ। ਹਾਂਜੀ, ਉਹਦਾ ਸੁਸਰ ਵੀ ਬਾਹਰ ਹੈ, ਉਹਨਾਂ ਹੀ ਉਹਦਾ ਲਲਕਾਰਾ ਜਿਹੜਾ ਹੈ ਉਹ 302 ਹੀ ਹੈ। ਲਲਕਾਰਾ 109 ਦਫਾ ਲੱਗਦੀ ਹੈ, ਉਹਨੇ ਹਲਾਸ਼ੇਰੀ ਦਿੱਤੀ है ਉਹਦੀ ਹਲਾਸ਼ੇਰੀ ਦਾ जी नाजरीन, आपने इनकी बातें सुनी और बहुत सारे इंकशाफात हैं जो आपने पहले नहीं सुने होंगे, और इन्होंने बहुत सारी ऐसी चीज़ों से भी पर्दे उठाए हैं कि जो आपके लिए बिल्कुल नई बातें होंगी। बहुत सारे, क्योंकि ज़ाहिरी बात है जैसे जैसे टाइम गुजर रहा है तो बहुत सारी चीज़ें जो सामने आ रही हैं, और इनको हुकूमत की तरफ से भी जो है थोड़ा सा शिकायत है, शिकवा है, वो भी इन्होंने बयान किया है, और इनको कितना इंसाफ की उम्मीद है ये भी इन्होंने बता दिया है। और आप लोग भी अपने कमेंट्स में ज़रूर बताइएगा कि इनको इंसाफ कहाँ तक मिलेगा। इसी के साथ अपनी होश गुफ्ता को इजाज़त दीजिए। अल्लाह हाफिज़।